ਪਿਆਰੇ ਵਿਦਿਆਰਥੀਓ, ਮੈਂ ਪ੍ਰੋਫੈਸਰ ਦਲਵਿੰਦਰਪਾਲ ਸਿੰਘ MA ਭਾਗ ਦੂਜਾ ਸਮੈਸਟਰ ਤੀਜਾ ਦੇ ਪਰਚਾ 11ਵਾਂ ਆਪਸ਼ਨ ਪਹਿਲੀ ਆਧੁਨਿਕ ਪੰਜਾਬੀ ਕਵਿਤਾ ਦੇ ਪੇਪਰ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ। ਇਸ ਪੇਪਰ ਵਿੱਚ ਆਪਾਂ ਕੁੱਲ 3 ਕਵੀਆਂ ਸੰਬੰਧੀ ਗੱਲ ਕਰਾਂਗੇ। ਪਹਿਲਾ ਕਵੀ ਪ੍ਰੋਫੈਸਰ ਪੂਰਨ ਸਿੰਘ, ਜਿਸ ਦੀ ਪੁਸਤਕ ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਆਪ ਨੂੰ ਸਿਲੇਬਸ ਵਿੱਚ ਲੱਗੀ ਹੋਈ ਹੈ। ਦੂਸਰਾ ਕਵੀ ਮੋਹਨ ਸਿੰਘ, ਜਿਸ ਦੀ ਮੇਰੀ ਚੋਣਵੀ ਕਵਿਤਾ ਪੁਸਤਕ, ਅਤੇ ਤੀਜਾ ਕਵੀ ਬਾਬਾ ਬਲਵੰਤ, ਜਿਸ ਦੀ ਸੁਗੰਧ ਸਮੀਰ ਪੁਸਤਕ ਆਪ ਨੂੰ ਸਿਲੇਬਸ ਵਿੱਚ ਲੱਗੀ ਹੋਈ ਹੈ। ਪਰੰਤੂ ਇਹਨਾਂ ਪੁਸਤਕਾਂ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਆਪਾਂ ਆਧੁਨਿਕ ਪੰਜਾਬੀ ਕਵਿਤਾ ਸੰਬੰਧੀ ਗੱਲ ਕਰਾਂਗੇ। ਇਸ ਵਿੱਚ ਆਪਾਂ ਆਧੁਨਿਕ ਪੰਜਾਬੀ ਕਵਿਤਾ ਦੀਆਂ ਪ੍ਰਮੁੱਖ ਪ੍ਰਵਿਰਤੀਆਂ, ਇਸ ਦਾ ਇਤਿਹਾਸ, ਇਸ ਦਾ ਸਿਧਾਂਤਕ ਪੱਖ ਅਤੇ ਲੱਛਣ, ਕਾਵਿ ਧਾਰਾਵਾਂ ਅਤੇ ਪ੍ਰਾਪਤੀਆਂ ਸੰਬੰਧੀ ਵਿਚਾਰ ਕਰਾਂਗੇ। ਸੋ ਪਹਿਲਾਂ ਆਪਾਂ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਸੰਬੰਧੀ ਗੱਲ ਕਰਾਂਗੇ। ਪਰੰਤੂ ਇਤਿਹਾਸ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਆਪਾਂ ਆਧੁਨਿਕਤਾ ਦੇ ਸੰਕਲਪ ਨੂੰ ਵੀ ਜਾਣਾਂਗੇ, ਕਿਉਂਕਿ ਆਧੁਨਿਕ ਪੰਜਾਬੀ ਕਾਵਿ ਨੂੰ ਅਗਰ ਵਿਚਾਰਨਾ ਹੈ ਤਾਂ ਇਸ ਤੋਂ ਪਹਿਲਾਂ ਆਧੁਨਿਕਤਾ ਦੇ ਸੰਕਲਪ ਨੂੰ ਵੀ ਵਿਚਾਰਨਾ ਪਵੇਗਾ, ਕਿਉਂਕਿ ਆਧੁਨਿਕਤਾ ਦੇ ਸੰਕਲਪ ਦੇ ਆਧਾਰ 'ਤੇ ਹੀ ਆਧੁਨਿਕ ਪੰਜਾਬੀ ਕਾਵਿ ਨੂੰ ਸਮਝਿਆ ਜਾ ਸਕਦਾ ਹੈ। ਸੋ ਵਿਦਿਆਰਥੀਓ, ਪਹਿਲਾਂ ਆਪਾਂ ਆਧੁਨਿਕਤਾ ਦੇ ਸੰਕਲਪ ਸੰਬੰਧੀ ਗੱਲ ਕਰਦੇ ਹਾਂ। ਪਰੰਪਰਾ ਅਤੇ ਆਧੁਨਿਕਤਾ ਦੋ ਵੱਖਰੇ ਵੱਖਰੇ ਸੰਕਲਪ ਹਨ, ਜਿਨ੍ਹਾਂ ਬਾਰੇ ਪਿਛਲੇ ਲਗਭਗ 60 ਸਾਲਾਂ ਤੋਂ ਚਰਚਾ ਹੋ ਰਹੀ ਹੈ। ਭਾਵੇਂ ਪੁਰਾਤਨ ਸਾਹਿਤ ਵਿੱਚ ਵੀ ਆਧੁਨਿਕਤਾ ਦੇ ਤੱਤ ਮੌਜੂਦ ਹਨ, ਪਰੰਤੂ ਚਰਚਾ ਅਧੀਨ ਇਹ ਸੰਕਲਪ ਪਿਛਲੀ ਸਦੀ ਵਿੱਚ ਹੀ ਹੋਂਦ ਵਿੱਚ ਆਇਆ। ਪੰਜਾਬੀ ਕਵਿਤਾ ਅੰਦਰ ਆਧੁਨਿਕਤਾ ਦੇ ਅੰਸ਼ਾਂ ਨੂੰ ਉਲੀਕਣ ਤੋਂ ਪਹਿਲਾਂ ਆਧੁਨਿਕਤਾ ਸੰਬੰਧੀ ਵਿਚਾਰ ਕਰਨੀ ਜ਼ਰੂਰੀ ਬਣਦੀ ਹੈ। ਆਧੁਨਿਕਤਾ, ਭਾਵੇਂ ਕਈ ਲੋਕ ਆਧੁਨਿਕਤਾ, ਨਵੀਨਤਾ ਅਤੇ ਸਮਕਾਲੀਨਤਾ ਨੂੰ ਇੱਕੋ ਅਰਥਾਂ ਵਿੱਚ ਲੈਂਦੇ ਹਨ। ਵਿਦਿਆਰਥੀਓ, ਆਧੁਨਿਕਤਾ, ਨਵੀਨਤਾ ਅਤੇ ਸਮਕਾਲੀਨਤਾ ਭਾਵਾਂ ਸਧਾਰਨ ਅਰਥਾਂ ਵਿੱਚ ਆਪਾਂ ਇਹਨਾਂ ਨੂੰ ਇੱਕੋ ਬਰਾਬਰ ਸਮਝ ਲੈਂਦੇ ਹਾਂ, ਪਰ ਨਵੀਨਤਾ ਅਤੇ ਸਮਕਾਲੀਨਤਾ ਤੋਂ ਆਧੁਨਿਕਤਾ ਵੱਖਰੇ ਅਰਥਾਂ ਦੀ ਧਾਰਨੀ ਹੈ, ਜਿਸ ਸੰਬੰਧੀ ਆਪਾਂ ਅੱਗੇ ਪੜ੍ਹਾਂਗੇ। ਜ਼ਰੂਰੀ ਨਹੀਂ ਕਿ ਅਗਰ ਕੋਈ ਚੀਜ਼ ਨਵੀਨ ਹੋਵੇ ਜਾਂ ਸਮਕਾਲੀਨ ਹੋਵੇ ਉਹ ਆਧੁਨਿਕ ਵੀ ਹੋਵੇਗੀ। ਇਸ ਤੋਂ ਭਾਵ ਇਹ ਹੈ ਕਿ ਆਧੁਨਿਕਤਾ, ਨਵੀਨਤਾ ਅਤੇ ਸਮਕਾਲੀਨਤਾ ਤੋਂ ਵੱਖਰੇ ਅਰਥਾਂ ਦੀ ਧਾਰਨੀ ਹੈ। ਸੋ ਆਧੁਨਿਕਤਾ ਕੀ ਹੈ, ਇਸ ਸੰਬੰਧੀ ਗੱਲ ਕਰਦੇ ਹਾਂ। ਡਾਕਟਰ ਅਤਰ ਸਿੰਘ ਨੇ ਇਸ ਨੂੰ ਇੱਕ ਸੰਪੂਰਨ ਦ੍ਰਿਸ਼ਟੀਕੋਣ ਮੰਨਿਆ ਹੈ। ਇਸ ਵਿਦਵਾਨ ਅਨੁਸਾਰ ਆਧੁਨਿਕਤਾ ਵਿਗਿਆਨ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਉਤਪੰਨ ਹੋਈ ਹੈ। ਇਸ ਦੀ ਨੀਂਹ ਬੌਧਿਕਤਾ ਅਤੇ ਨਿਆਇਸ਼ੀਲਤਾ ਹੈ ਅਤੇ ਇਸ ਦਾ ਸੁਭਾਅ ਵਿਸ਼ਲੇਸ਼ਣਕਾਰੀ ਹੈ। ਵਿਦਿਆਰਥੀਓ, ਅਸੀਂ ਆਧੁਨਿਕਤਾ ਦੇ ਜੋ ਡਾਕਟਰ ਅਤਰ ਸਿੰਘ ਨੇ ਧਾਰਨਾ ਦਿੱਤੀ ਹੈ ਨੂੰ ਇੱਕ ਸਧਾਰਨ ਉਦਾਹਰਨ ਨਾਲ ਦੇਖ ਸਕਦੇ ਹਾਂ, ਸਮਝ ਸਕਦੇ ਹਾਂ। ਜਿਵੇਂ ਅਸੀਂ ਦੋ ਮਨੁੱਖਾਂ ਜਾਂ ਦੋ ਵਿਅਕਤੀਆਂ ਦੀ ਉਦਾਹਰਨ ਦੇ ਸਕਦੇ ਹਾਂ, ਤੁਲਨਾ ਕਰ ਸਕਦੇ ਹਾਂ। ਪਹਿਲੇ ਵਿਅਕਤੀ ਨੂੰ ਅਸੀਂ ਲੈਂਦੇ ਹਾਂ ਜਿਸ ਦਾ ਪਹਿਰਾਵਾ, ਖਾਣ ਪੀਣ, ਰਹਿਣ ਸਹਿਣ ਮੌਜੂਦਾ ਸਮੇਂ ਅਨੁਸਾਰ ਭਾਵ ਸਮਕਾਲੀਨ ਹੈ। ਸਮਕਾਲੀਨ ਤੋਂ ਭਾਵ ਹੁੰਦਾ ਹੈ ਜਿਸ ਸਮੇਂ ਵਿੱਚ ਅਸੀਂ ਵਿਚਰ ਰਹੇ ਹਾਂ ਉਸ ਅਨੁਸਾਰ ਅਤੇ ਅਤ ਨਵੀਨ ਹੈ, ਪਰੰਤੂ ਉਸ ਦੀ ਵਿਚਾਰਧਾਰਾ, ਉਸ ਦੇ ਵਿਚਾਰ ਜਾਂ ਉਸ ਦੀ ਸੋਚ ਮੱਧਕਾਲੀਨ ਹੈ, ਰੂੜੀਵਾਦੀ ਹੈ। ਇਸ ਤਰ੍ਹਾਂ ਜੋ ਉਸ ਦੇ ਵਿਚਾਰ ਹਨ ਜਾਂ ਉਸਦੀ ਸੋਚ ਹੈ ਉਹ ਆਧੁਨਿਕ ਨਹੀਂ ਹੁੰਦੀ, ਸਗੋਂ ਉਹ ਰੂੜੀਵਾਦੀ ਹੋ ਜਾਂਦੀ ਹੈ, ਇੱਕ ਦਕਿਆਨੂਸੀ ਵਿਚਾਰ ਜਾਂ ਲਕੀਰ ਦੀ ਫਕੀਰ ਬਣ ਜਾਂਦੀ ਹੈ।
ਦੂਸਰੇ ਪਾਸੇ ਇੱਕ ਵਿਅਕਤੀ ਉਹ ਹੈ ਜੋ ਆਪਣਾ ਰਹਿਣ ਸਹਿਣ ਪਹਿਰਾਵਾ ਬੜਾ ਸਧਾਰਨ ਹੈ, ਪਰੰਤੂ ਉਸਦੀ ਵਿਚਾਰਧਾਰਾ, ਉਸਦੀ ਸੋਚ ਜਾਂ ਉਸਦੀ ਸੋਚਣ ਦੀ ਸਮਰੱਥਾ ਦਾ ਆਧਾਰ ਅਜੋਕਾ ਹੈ, ਆਧੁਨਿਕ ਹੈ, ਵਿਗਿਆਨਿਕ ਹੈ, ਜੋ ਪੁਰਾਣੀਆਂ ਲੀਹਾਂ ਨੂੰ ਤੋੜਦਾ ਹੈ। ਮੱਧਕਾਲੀ ਯੁੱਗ ਜਾਂ ਸਮਾਜ ਦੀ ਜੋ ਇੱਕ ਰੂੜੀ ਬਣੀ ਹੈ, ਉਸ ਨੂੰ ਤੋੜ ਕੇ ਵਿਗਿਆਨਿਕ ਤਰੀਕੇ ਨੂੰ ਅਪਣਾਉਂਦਾ ਹੈ, ਸੋ ਉਹ ਆਧੁਨਿਕ ਹੋਇਆ। ਦੋਨਾਂ ਵਿੱਚ ਇਹ ਅਰਥ ਹੈ, ਫਰਕ ਹੈ ਵੀ ਪਹਿਲੇ ਦੀ ਵਿਚਾਰ ਜਾਂ ਵਿਚਾਰਧਾਰਾ ਮੱਧਕਾਲੀ ਹੈ, ਰੂੜੀਵਾਦੀ ਹੈ, ਜੋ ਆਧੁਨਿਕ ਨਹੀਂ ਹੈ, ਪਰੰਤੂ ਉਹ ਆਪਣੇ ਆਪ ਨੂੰ ਬੜਾ ਨਵੀਨ ਅਤੇ ਸਮਕਾਲੀਨਤਾ ਦੇ ਅਨੁਸਾਰ ਰੱਖਦਾ ਹੈ। ਪਰੰਤੂ ਦੂਸਰਾ ਵਿਅਕਤੀ ਜਿਸ ਦੀ ਸੋਚ ਵਿਚਾਰਧਾਰਾ ਰੂੜੀਵਾਦੀ ਨੂੰ ਤੋੜ ਕੇ ਨਵੇਂ ਵਿਚਾਰਾਂ ਦੀ ਹਾਮੀ ਭਰਦੀ ਹੈ, ਵਿਗਿਆਨਿਕ ਸੋਚ ਹੈ, ਉਹ ਆਧੁਨਿਕ ਹੈ। ਇਸ ਤਰ੍ਹਾਂ ਆਧੁਨਿਕ ਅਤੇ ਸਮਕਾਲੀਨ ਅਤੇ ਨਵੀਨਤਾ ਵਿੱਚ ਢੇਰ ਅੰਤਰ ਹੈ। ਆਧੁਨਿਕਤਾ ਨਵੀਨਤਾ ਅਤੇ ਸਮਕਾਲੀਨਤਾ ਤੋਂ ਕਿਤੇ ਵੱਧ ਵਿਗਿਆਨਿਕ ਸੋਚ ਦੀ ਧਾਰਨੀ ਵਿਚਾਰਧਾਰਾ ਹੈ। ਪੁਸਤਕ ਕਾਵਿ ਅਧਿਐਨ ਵਿੱਚ ਡਾਕਟਰ ਅਤਰ ਸਿੰਘ ਲਿਖਦਾ ਹੈ, ਸ਼ਬਦ ਆਧੁਨਿਕ ਅਤੇ ਆਧੁਨਿਕਤਾ ਕੇਵਲ ਕਾਲਵਾਚੀ ਅਰਥਾਂ ਦਾ ਲਖਾਇਕ ਨਹੀਂ। ਜਿਸ ਤਰ੍ਹਾਂ ਵਿਦਿਆਰਥੀ ਆਪਾਂ ਪਿੱਛੇ ਹੀ ਦੇਖ ਆਏ ਹਾਂ ਉਦਾਹਰਨ ਦੇ ਕੇ, ਵੀ ਕਾਲਵਾਚੀ ਭਾਵ ਸਮੇਂ ਖਾਸ, ਸਮਕਾਲੀਨ ਜਾਂ ਨਵੀਨ ਸਮੇਂ ਵਿੱਚ ਵਿਚਰਨਾ ਹੀ ਆਧੁਨਿਕ ਨਹੀਂ ਹੈ, ਸਗੋਂ ਸੰਕਲਪਵਾਚੀ ਹੈ, ਭਾਵ ਵਿਚਾਰਧਾਰਾ ਅਤੇ ਸੋਚ ਵਿਗਿਆਨਿਕ ਹੋਣੀ ਚਾਹੀਦੀ ਹੈ। ਪਰ ਪੰਜਾਬੀ ਵਿਦਵਾਨ ਅਤੇ ਪਾਠਕ ਇਸ ਬਾਰੇ ਅਗਿਆਤ ਹੀ ਰਹੇ ਹਨ। ਹਾਂਜੀ ਵਿਦਿਆਰਥੀ, ਇਹ ਵੀ ਗੱਲ ਸੱਚੀ ਹੈ ਕਿ ਪੰਜਾਬੀ ਵਿਦਵਾਨ ਅਤੇ ਪਾਠਕ ਇਸ ਪ੍ਰਤੀ ਆਪਣੀ ਜੋ ਸੋਚ ਅਤੇ ਵਿਚਾਰਧਾਰਾ ਅਪਣਾਉਂਦੇ ਰਹੇ ਹਨ, ਉਹ ਸੰਪੂਰਨ ਤੌਰ 'ਤੇ ਆਧੁਨਿਕ ਨਹੀਂ ਹੈ। ਡਾਕਟਰ ਗੁਰਚਰਨ ਸਿੰਘ ਅਰਸ਼ੀ ਅਤੇ ਡਾਕਟਰ ਸਤਿੰਦਰ ਸਿੰਘ ਦੁਆਰਾ ਦਿੱਤੀ ਪਰਿਭਾਸ਼ਾ ਅਨੁਸਾਰ ਆਧੁਨਿਕਤਾ ਕਾਲ ਅਤੇ ਪਸਾਰ ਤੋਂ ਮੁਕਤ ਹੈ। ਆਧੁਨਿਕਤਾ ਮਨੁੱਖ ਦੀ ਮਾਨਸਿਕ ਸਥਿਤੀ ਵਿੱਚ ਪੈਦਾ ਹੋਈ ਉਹ ਤਬਦੀਲੀ ਦਾ ਨਾਮ ਹੈ, ਜਿਸ ਨੇ ਮਨੁੱਖ ਦੇ ਚਿੰਤਨ ਅਤੇ ਸੋਚ ਦੇ ਢੰਗ ਵਿੱਚ ਮੱਧਕਾਲ ਨਾਲੋਂ ਇੱਕ ਵਿਲੱਖਣ ਭਾਂਤ ਦੀ ਸੇਧ ਪੈਦਾ ਕੀਤੀ ਹੈ। ਸੋ ਵਿਦਿਆਰਥੀਓ, ਇਸ ਸੰਬੰਧੀ ਪਹਿਲਾਂ ਵੀ ਆਪਾਂ ਗੱਲ ਕਰ ਆਏ ਹਾਂ, ਭਾਵ ਆਧੁਨਿਕਤਾ ਇੱਕ ਦਿਖਾਵਾ ਨਹੀਂ, ਸਗੋਂ ਵਿਚਾਰਧਾਰਾ ਅਤੇ ਸੋਚ ਦੀ ਪ੍ਰੌੜਤਾ ਜਾਂ ਵਿਗਿਆਨਿਕ ਧਾਰਾ ਹੈ। ਡਾਕਟਰ ਨਿਹਾਲ ਰੰਜਨ ਰੇ ਨੇ ਆਧੁਨਿਕਤਾ ਨੂੰ ਇੱਕ ਬੋਧਵਾਦੀ ਸੰਕਲਪ ਮੰਨਿਆ ਹੈ, ਜੋ ਬੀਤੇ ਦੀਆਂ ਕਦਰਾਂ ਵਿਸ਼ੇਸ਼ਤਾਵਾਂ ਅਤੇ ਪ੍ਰਵਿਰਤੀਆਂ ਦੇ ਮੁਕਾਬਲੇ ਵਰਤਮਾਨ ਯੁੱਗ ਦੀਆਂ ਕਦਰਾਂ ਕੀਮਤਾਂ, ਵਿਸ਼ੇਸ਼ਤਾਵਾਂ ਅਤੇ ਪ੍ਰਵਿਰਤੀਆਂ ਦੀ ਵਿਆਖਿਆ ਲਈ ਪ੍ਰਯੁਕਤ ਕੀਤਾ ਜਾਂਦਾ ਹੈ। ਸੋ ਵਿਦਿਆਰਥੀਓ, ਬੜੀ ਹੀ ਵਧੀਆ ਅਤੇ ਸਧਾਰਨ ਤਰੀਕੇ ਨਾਲ ਗੱਲ ਕੀਤੀ ਹੈ ਡਾਕਟਰ ਨਿਹਾਲ ਰੰਜਨ ਨੇ। ਉਹਨਾਂ ਦੇ ਮੱਤ ਨੂੰ ਆਪਾਂ ਜੇਕਰ ਖੋਲ੍ਹ ਕੇ ਦੇਖੀਏ ਤਾਂ ਉਹਨਾਂ ਦਾ ਮੱਤ ਹੈ ਕਿ ਬੋਧਵਾਦੀ ਸੰਕਲਪ ਮੰਨਿਆ ਗਿਆ ਹੈ। ਬੋਧਵਾਦੀ ਭਾਵ ਬੁੱਧੀ ਨਾਲ ਸੰਬੰਧਿਤ ਹੈ, ਸੋਚ ਨਾਲ ਸੰਬੰਧਿਤ ਹੈ, ਵਿਚਾਰਧਾਰਾ ਨਾਲ ਸੰਬੰਧਿਤ ਹੈ, ਜੋ ਬੀਤੇ ਦੀਆਂ ਕਦਰਾਂ ਕੀਮਤਾਂ ਅਤੇ ਵਿਸ਼ੇਸ਼ਤਾਵਾਂ ਅਤੇ ਪ੍ਰਵਿਰਤੀਆਂ ਦੇ ਮੁਕਾਬਲੇ ਜੋ ਬੀਤੇ ਸਮੇਂ ਭਾਵ ਮੱਧਕਾਲੀ ਜਾਂ ਸਾਡੇ ਤੋਂ ਪਹਿਲਾਂ ਸਮਾਂ ਹੋ ਚੁੱਕਿਆ, ਉਸ ਸਮੇਂ ਦੇ ਮੁਕਾਬਲੇ ਜੋ ਮੌਜੂਦਾ ਸਮਾਂ ਹੈਗਾ ਦੀਆਂ ਕਦਰਾਂ ਕੀਮਤਾਂ ਅਤੇ ਪ੍ਰਵਿਰਤੀਆਂ ਦੀ ਵਿਆਖਿਆ ਲਈ ਪ੍ਰਯੁਕਤ ਹੈ। ਮੌਜੂਦਾ ਸਮੇਂ ਵਿੱਚ ਜੋ ਨਵੀਂ ਸੋਚ ਹੈ, ਨਵੀਂ ਵਿਚਾਰਧਾਰਾ ਹੈ, ਉਹਨਾਂ ਲਈ ਵਰਤਿਆ ਗਿਆ ਹੈ। ਡਾਕਟਰ ਲਕਸ਼ਮੀ ਕਾਂਤ ਵਰਮਾ ਅਨੁਸਾਰ ਆਧੁਨਿਕਤਾ ਤੋਂ ਭਾਵ ਹੈ ਦੇਸ਼ਕਾਲੀ ਜ਼ਿੰਮੇਵਾਰੀਆਂ ਦੇ ਨਾਲ ਨਾਲ ਉਸ ਛਿੜ ਦੀ ਡੂੰਘੀ ਅਤੇ ਤੇਜ਼ ਅਨੁਭੂਤੀ ਦੀ ਗ੍ਰਹਿਣ ਸ਼ਕਤੀ, ਜਿਹੜੀ ਪ੍ਰਸਥਿਤੀਆਂ ਤੋਂ ਉਪਜਦੀ ਹੈ, ਭਾਵ ਨਵੀਆਂ ਪ੍ਰਸਥਿਤੀਆਂ, ਨਵੇਂ ਹਾਲਾਤ, ਨਵੀਂ ਆਧੁਨਿਕ ਸੋਚ, ਵਿਗਿਆਨਿਕ ਸੋਚ ਤੋਂ ਜੋ ਇੱਕ ਪ੍ਰਤੀਕਿਰਿਆ ਹੁੰਦੀ ਸਾਡੀ ਬੁੱਧੀ ਵਿੱਚ, ਅਤੇ ਇੱਕ ਨਵੀਂ ਵਿਚਾਰਧਾਰਾ ਬਣਦੀ ਹੈ। ਅਤੇ ਬਿਨਾਂ ਕਿਸੇ ਪੂਰਵ ਆਗ੍ਰਹਿ ਭਾਵ ਪੁਰਾਣੀ ਸੋਚ ਨੂੰ ਪਿੱਛੇ ਛੱਡ ਕੇ ਦੇ ਸਿਰ ਸੁਭਾਅ ਉਚਿਤਤਾ ਦੇ ਨਾਲ ਪ੍ਰਗਟ ਹੁੰਦੀ ਹੈ। ਉਚਿਤਤਾ ਭਾਵ ਸਮਾਜਿਕ ਪ੍ਰਸਥਿਤੀਆਂ ਦੇ ਅਨੁਸਾਰ। ਸੋ ਉਪਰੋਕਤ ਜਿੰਨੀਆਂ ਵੀ ਆਪਾਂ ਪਰਿਭਾਸ਼ਾਵਾਂ ਪੜ੍ਹੀਆਂ ਨੇ, ਦੇਖੀਆਂ ਨੇ, ਉਹਨਾਂ ਤੋਂ ਆਪਾਂ ਆਧੁਨਿਕਤਾ ਨੂੰ ਸਧਾਰਨ ਤੌਰ 'ਤੇ ਜਿੱਦਾਂ ਸਮਝਦੇ ਹਾਂ, ਜਾਂ ਜਿਹੜੇ ਲੱਛਣ ਉਹਦੇ ਸਾਡੇ ਸਾਹਮਣੇ ਆਉਂਦੇ ਹਨ, ਉਹ ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ, ਲੱਛਣ ਸਮਝ ਸਕਦੇ ਹਾਂ। ਬੌਧਿਕ ਜਾਗ੍ਰਿਤੀ ਦੇ ਆਧਾਰ 'ਤੇ ਆਧੁਨਿਕਤਾ
ਵਰਤਮਾਨ ਲੀਹਾਂ ਸਾਹਮਣੇ ਵਿਦਰੋਹੀ ਰੂਪ ਵਿੱਚ ਪੇਸ਼ ਹੁੰਦੀ ਹੈ। ਵਰਤਮਾਨ ਲੀਹਾਂ ਸਾਹਮਣੇ ਵਰਤਮਾਨ ਸਮੇਂ ਵਿੱਚ ਵੀ ਨਾ ਜੋ ਇੱਕ ਰੂੜੀਵਾਦੀ ਵਿਚਾਰਧਾਰਾ ਹੈ ਜਾਂ ਮੱਧਕਾਲੀ ਸੋਚ ਹੈ ਜਾਂ ਮਨੁੱਖ ਵਿਰੋਧੀ ਸੋਚ ਹੈ, ਉਹਦੇ ਵਿਰੋਧ ਵਿੱਚ ਪੈਦਾ ਹੁੰਦੀ ਜਿਹੜੀ ਆਧੁਨਿਕਤਾ ਹੈ। ਜਾਗਰਤੀ ਇੱਕ ਬੌਧਿਕ ਜਾਗਰਤੀ। ਵਿਗਿਆਨਿਕ ਵਿਸ਼ਲੇਸ਼ਣ ਵਿੱਚ ਵਿਸ਼ਵਾਸ, ਇਹ ਵਿਗਿਆਨ ਵਿੱਚ ਵਿਸ਼ਵਾਸ ਕਰਦੀ ਹੈ, ਨਾ ਕਿ ਮੱਧਕਾਲ ਵਾਂਗ ਧਰਮ ਵਿੱਚ ਜਾਂ ਧਰਮ ਦੇ ਖੋਖਲੇ ਰੀਤੀ ਰਿਵਾਜ਼ਾਂ ਵਿੱਚ। ਅੱਗੇ ਆਉਂਦਾ ਨਵੇਂ ਮਾਨਵੀ ਮੁੱਲਾਂ ਦੀ ਸਥਾਪਨਾ। ਸੋ ਨਵੇਂ ਮਾਨਵੀ ਮੁੱਲਾਂ ਦੀ ਸਥਾਪਨਾ ਹੁੰਦੀ ਹੈ। ਇਹਦੇ ਵਿੱਚ ਭਾਵ ਮਨੁੱਖੀ ਭਾਵਨਾਵਾਂ ਨੂੰ ਸਮਝਿਆ ਜਾਂਦਾ, ਮਨੁੱਖ ਨੂੰ ਸਮਝਿਆ ਜਾਂਦਾ, ਨਾ ਕਿ ਧਰਮ ਨੂੰ, ਜੋ ਮਨੁੱਖ ਨੂੰ ਹਮੇਸ਼ਾ ਦਬਦਾ ਆ। ਸੋ ਇਸ ਪ੍ਰਕਾਰ ਆਧੁਨਿਕਤਾ ਜਾਂ ਆਧੁਨਿਕ ਚੇਤਨਾ ਜਾਂ ਆਧੁਨਿਕ ਬੋਧ ਤੋਂ ਭਾਵ ਉਸ ਚੇਤਨਾ ਤੋਂ ਹੈ ਜਿਹੜੀ ਆਦਿਕਾਲ ਅਤੇ ਮੱਧਕਾਲੀ ਸਾਹਿਤ ਤੋਂ ਬਾਅਦ 20ਵੀਂ ਸਦੀ ਦੇ ਸਾਹਿਤ ਵਿੱਚ ਰੂਪਮਾਨ ਹੁੰਦੀ ਹੈ। ਇਸ ਆਧੁਨਿਕ ਬੋਧ ਜਾਂ ਚੇਤਨਾ ਦੇ ਅਨੇਕ ਪਸਾਰ ਹਨ ਜਿਹੜੇ ਸਾਡੇ ਪੰਜਾਬੀ ਸਾਹਿਤ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ। ਹੇਠਾਂ ਅਸੀਂ ਕੁਝ ਕੁ ਉਹਨਾਂ ਵਿਸ਼ੇਸ਼ਤਾਵਾਂ ਜਾਂ ਲੱਛਣਾਂ ਸੰਬੰਧੀ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਸਦਕਾ ਆਧੁਨਿਕ ਬੋਧ ਜਾਂ ਆਧੁਨਿਕ ਚੇਤਨਾ ਦ੍ਰਿਸ਼ਟੀਗੋਚਰ ਹੁੰਦੀ ਹੈ। ਸੋ ਵਿਦਿਆਰਥੀਓ, ਅਸੀਂ ਆਧੁਨਿਕਤਾ ਬਾਰੇ ਕਾਫੀ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਇਹ ਗੱਲ ਕਰਨੀ ਆ ਵੀ ਕਵਿਤਾ ਵਿੱਚ ਕਿਹੜੀਆਂ ਚੀਜ਼ਾਂ, ਆਧੁਨਿਕ ਕਵਿਤਾ ਵਿੱਚ ਜਾਂ ਸਾਹਿਤ ਵਿੱਚ ਕਿਹੜੀਆਂ ਇਹੋ ਜਿਹੀਆਂ ਵਿਚਾਰਧਾਰਾਵਾਂ ਪੇਸ਼ ਹਨ ਜਿਨ੍ਹਾਂ ਕਰਕੇ ਉਹ ਆਧੁਨਿਕ ਮੰਨੀ ਜਾਂਦੀ ਹੈ। ਸੋ ਪਹਿਲਾ ਹੈ ਵਿਗਿਆਨਿਕ ਚੇਤਨਾ ਦਾ ਪਸਾਰ। ਮੱਧਕਾਲ ਦੇ ਮੁਕਾਬਲੇ ਵਿੱਚ ਆਧੁਨਿਕ ਚੇਤਨਾ ਦਾ ਪਹਿਲਾ ਵਿਸ਼ੇਸ਼ ਗੁਣ ਇਹ ਦ੍ਰਿਸ਼ਟੀਗੋਚਰ ਹੁੰਦਾ ਹੈ ਕਿ ਆਧੁਨਿਕ ਚੇਤਨਾ ਨਿਰੋਲ ਵਿਗਿਆਨਿਕ ਤੱਥਾਂ 'ਤੇ ਆਧਾਰਿਤ ਹੋਣ ਲੱਗੀ। ਲੋਕਾਂ ਵਿੱਚ ਪਰਾਸਰੀਰਕ ਜਾਂ ਰਹੱਸਵਾਦੀ ਸਾਹਿਤ ਨਾਲੋਂ ਵਧੇਰੇ ਆਧੁਨਿਕ ਚੇਤਨਾ ਵਾਲਾ ਅਜਿਹਾ ਸਾਹਿਤ ਹਰਮਨ ਪਿਆਰਾ ਹੋਣ ਲੱਗਿਆ ਜਿਸ ਵਿੱਚ ਵਿਗਿਆਨਿਕ ਚੇਤਨਾ ਨੂੰ ਪ੍ਰਮੁੱਖ ਥਾਂ ਪ੍ਰਾਪਤ ਸੀ। ਸੋ ਪਹਿਲੀ ਗੱਲ ਤਾਂ ਇਹ ਵੀ ਵਿਗਿਆਨਿਕ ਚੇਤਨਾ ਨੂੰ ਪ੍ਰਮੁੱਖ ਥਾਂ ਪ੍ਰਾਪਤ ਸੀ। ਇਸ ਵਿੱਚ ਧਰਮ ਨੂੰ ਪਿੱਛੇ ਰੱਖਿਆ ਗਿਆ ਅਤੇ ਵਿਗਿਆਨਿਕ ਸੋਚ ਨੂੰ ਅੱਗੇ ਰੱਖਿਆ ਗਿਆ। ਇਹੀ ਨਹੀਂ, ਬਹੁਤ ਸਾਰੇ ਦਰਸ਼ਨ ਜਿਨ੍ਹਾਂ ਨੂੰ ਇਸ ਵਿਗਿਆਨਿਕ ਸੋਚ ਅਤੇ ਬੋਧ ਨਾਲ ਸੰਬੰਧਿਤ ਸੀ, ਰਹੱਸਵਾਦੀ ਸਾਹਿਤ ਅਤੇ ਵਿਚਾਰਧਾਰਾ ਨੂੰ ਨਕਾਰਿਆ ਜਾਣ ਲੱਗਾ। ਅੱਛਾ, ਕਈ ਇਹੋ ਜਿਹੇ ਫਲਸਫੇ ਸਾਹਮਣੇ ਆਏ ਅਜੋਕੇ ਸਮੇਂ ਵਿੱਚ ਜਿਨ੍ਹਾਂ ਦੇ ਆਧਾਰ 'ਤੇ ਜਿਹੜੀ ਇਹ ਰਹੱਸਵਾਦੀ ਸੋਚ ਸੀਗੀ ਇਹਨੂੰ ਨਕਾਰਿਆ ਜਾਣ ਲੱਗ ਪਿਆ। ਇਸ ਦੌਰ ਵਿੱਚ ਲਿਖੇ ਗਏ ਸਾਹਿਤ ਨੇ ਸਮੱਸਿਆਵਾਂ ਦੀ ਪਛਾਣ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਕਰਨ ਦੀ ਕੋਸ਼ਿਸ਼ ਕੀਤੀ। ਲੋਕ ਨਾਥ ਦੀ ਕਵਿਤਾ ਇਸੇ ਭਾਵ ਬੋਧ ਨੂੰ ਸਪਸ਼ਟ ਕਰਦੀ ਹੈ। ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮੱਸਿਆ ਦੀ ਪਛਾਣ ਕੀਤੀ, ਨਾ ਕਿ ਇਹ ਸੋਚਿਆ ਗਿਆ ਵੀ ਜੋ ਹੋ ਰਿਹਾ ਰੱਬ ਹੀ ਕਰ ਰਿਹਾ ਅਤੇ ਰੱਬ ਹੀ ਉਹਨੂੰ ਠੀਕ ਕਰੂਗਾ, ਜਾਂ ਰੱਬ 'ਤੇ ਛੱਡਿਆ ਜਾਵੇ, ਜਾਂ ਉਸ ਦੀ ਪਛਾਣ 'ਤੇ ਹੀ ਪੂਰਾ ਜ਼ੋਰ ਲਾਇਆ ਜਾਵੇ, ਪਰਮਾਤਮਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਇਹੋ ਜਿਹੀਆਂ ਗੱਲਾਂ ਛੱਡ ਦਿੱਤੀਆਂ ਗਈਆਂ। ਅਗਰ ਮਨੁੱਖ ਨਾਲ ਕੋਈ ਸਮੱਸਿਆ ਆਉਂਦੀ ਸੀ ਤਾਂ ਉਹ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਉਹਨੂੰ ਹੱਲ ਕਰਨ ਦਾ ਯਤਨ ਕੀਤਾ ਗਿਆ, ਜਾਂ ਅਗਰ ਕੋਈ ਮਨੁੱਖ ਨੂੰ ਸਮੱਸਿਆ ਆ ਰਹੀ ਹੈ ਤਾਂ ਉਹਦਾ ਕਾਰਨ ਲੱਭਣ ਦਾ ਯਤਨ ਕੀਤਾ ਗਿਆ। ਜਿਵੇਂ ਇੰਚ ਇੰਚ ਮਿੱਟੀ ਕੁਚਲ ਦਿਆਂਗੇ, ਜੰਗਲ ਵਿੱਚੋਂ ਚਲਾ ਦਿਆਂਗੇ ਐਟਮ ਬੰਬ ਅਤੇ ਅੱਗ ਵਿੱਚ ਡੁਬੋ ਦਿਆਂਗੇ, ਧਰਮ ਪੋਥੀਆਂ ਬਦਲਾ ਲਵਾਂਗੇ। ਅਜਿਹੀ ਸੋਚ ਮਨੁੱਖ ਨੂੰ ਲਕੀਰ ਦਾ ਫਕੀਰ ਨਹੀਂ ਰਹਿਣ ਦਿੰਦੀ। ਉਹ ਹਰ ਗੱਲ ਲਈ ਕਿਉਂ ਅਤੇ ਕਿਵੇਂ ਦਾ ਪ੍ਰਸ਼ਨ ਉਠਾਉਣਾ ਚਾਹੁੰਦਾ ਹੈ। ਸੋ ਅਜਿਹੀ ਸੋਚ ਜਿਹੜੀ ਆ ਆਧੁਨਿਕ ਕਵਿਤਾ ਵਿੱਚ ਮਿਲਦੀ ਆ, ਜਿਸ ਵਿੱਚ ਮਨੁੱਖ ਜੋ ਹੋ ਰਿਹਾ ਰੱਬ ਦੀ ਇੱਛਾ ਨਾਲ ਹੋ ਰਿਹਾ, ਜਾਂ ਧਰਮ ਨੂੰ ਪਿੱਛੇ ਰੱਖਣ ਦੀ ਸੋ ਮਨੁੱਖ ਆਪਣੀ ਹੋਣੀ ਦੇ ਪਿੱਛੇ ਕਾਰਨ ਲੱਭਣ ਦਾ ਯਤਨ ਕਰਦਾ ਹੈ ਅਤੇ ਜੋ ਉਸ ਦੀ ਹੋਣੀ ਲਈ ਜ਼ਿੰਮੇਵਾਰ ਹਨ ਉਹਨਾਂ ਤੋਂ ਬਦਲਾ ਲੈਣ ਦਾ ਯਤਨ ਕਰਦਾ ਹੈ, ਨਾ ਕਿ ਆਪਣੇ ਆਪ ਨੂੰ ਕਰਮਾਂ 'ਤੇ ਛੱਡ ਦਿੰਦਾ ਹੈ। ਨਵੀਨ ਦਰਸ਼ਨਾਂ ਦੀ ਅਭਿਵਿਅਕਤੀ। 20ਵੀਂ ਸਦੀ ਵਿੱਚ ਜਿਸ ਦਰਸ਼ਨ ਦਾ ਬੋਲਬਾਲਾ ਰਿਹਾ ਹੈ ਉਹ ਮਾਰਕਸਵਾਦ ਹੈ। ਮਾਰਕਸਵਾਦ ਲੰਮਾ ਸਮਾਂ ਆਧੁਨਿਕ ਸਾਹਿਤ ਚੇਤਨਾ ਦਾ ਅੰਗ ਬਣਿਆ ਰਿਹਾ ਅਤੇ ਹੁਣ ਵੀ ਹੈ। ਸੋ ਵਿਦਿਆਰਥੀਓ, ਮਾਰਕਸਵਾਦ ਤੋਂ ਅਸੀਂ ਸਾਰੇ ਵਾਕਫ ਹੀ ਹਾਂ, ਜਿਸ ਵਿੱਚ ਮਜ਼ਦੂਰ ਵਰਗ ਦੀ ਹਾਮੀ ਭਰੀ ਜਾਂਦੀ ਹੈ ਅਤੇ ਜੋ ਸ਼ੋਸ਼ਕ ਵਰਗ ਹੈ ਭਾਵ ਪੂੰਜੀਵਾਦੀ ਵਰਗ ਦੀ ਵਿਰੋਧਤਾ ਕੀਤੀ ਗਈ ਹੈ। ਭਾਵ ਮਜ਼ਦੂਰ ਵਰਗ ਨੂੰ ਸੰਘਰਸ਼ ਲਈ ਉੱਠਣ ਲਈ ਜਾਗਰਿਤ ਕਰਨ ਲਈ ਇੱਕ ਜਜ਼ਬਾ ਦਿੱਤਾ ਗਿਆ ਹੈ। ਮਾਰਕਸਵਾਦ ਦਾ ਮੂਲ ਫਲਸਫਾ ਲੋਕਾਂ ਭਾਵ ਲੁੱਟਣ ਅਤੇ ਲੁੱਟੇ ਜਾਣ ਵਾਲਿਆਂ ਵਿਚਲੇ ਸੰਘਰਸ਼ ਨਾਲ ਸੰਬੰਧਿਤ ਹੈ। ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ,
ਪੰਜਾਬੀ ਸਾਹਿਤ ਵਿੱਚ ਮਾਰਕਸਵਾਦੀ ਭਾਵ ਬੋਧ ਦੀ ਸਾਹਿਤ ਦੀ ਸਿਰਜਣਾ ਦੀ ਵੱਡੀ ਤਾਦਾਦ ਮਿਲਦੀ ਹੈ। ਇਹ ਗੱਲ ਅਸੀਂ ਫਰਾਇਡਵਾਦ ਅਤੇ ਡਾਰਵਿਨਵਾਦ ਬਾਰੇ ਵੀ ਆਖ ਸਕਦੇ ਹਾਂ। ਸੋ ਵਿਦਿਆਰਥੀਓ, ਇੱਥੇ ਇੱਕ ਗੱਲ ਹੋਰ ਕਰਨੀ ਬਣਦੀ ਹੈ। ਭਾਵੇਂ ਪੰਜਾਬੀ ਵਿੱਚ ਮਾਰਕਸਵਾਦੀ ਵਿਚਾਰਧਾਰਾ ਕਾਫੀ ਪ੍ਰਫੁੱਲਿਤ ਰਹੀ, ਪਰ ਇੱਕ ਮਨੋਵਿਗਿਆਨ ਦੀ ਸੋਚ ਅਤੇ ਫਲਸਫਾ ਵੀ ਪੰਜਾਬੀ ਸਾਹਿਤ 'ਤੇ ਕਾਫੀ ਪ੍ਰਭਾਵੀ ਰਿਹਾ। ਮਨੋਵਿਗਿਆਨ ਦਾ ਜੋ ਫਲਸਫਾ ਜਾਂ ਜੋ ਸੋਚ ਪੰਜਾਬੀ ਸਾਹਿਤ 'ਤੇ ਪ੍ਰਭਾਵਿਤ ਰਹੀ, ਉਹ ਮੁੱਖ ਰੂਪ ਵਿੱਚ ਸਿਗਮੰਡ ਫਰਾਇਡ ਦੀ ਵਿਚਾਰਧਾਰਾ 'ਤੇ ਆਧਾਰਿਤ ਸੀ। ਫਰਾਇਡ ਨੇ ਮਨੁੱਖੀ ਮਨ ਨੂੰ ਸਮਝਣ ਦਾ ਯਤਨ ਕੀਤਾ, ਅਤੇ ਮਨੁੱਖੀ ਮਨ ਨੂੰ ਸਮਝਣ ਦਾ ਯਤਨ ਹੀ ਆਪਣੇ ਆਪ ਨੂੰ ਮੱਧ ਯੁੱਗ ਤੋਂ ਵੱਖਰਿਆਉਂਦਾ ਹੈ, ਕਿਉਂਕਿ ਮੱਧ ਯੁੱਗ ਵਿੱਚ ਮਨੁੱਖੀ ਮਨ ਨੂੰ ਨਹੀਂ ਸਗੋਂ ਮਨੁੱਖ ਦੇ ਅੰਦਰ ਜੋ ਕਾਦਰਤ ਹੈ ਉਸਨੂੰ ਆਤਮਾ ਮੰਨਿਆ ਜਾਂਦਾ ਸੀ। ਪਰੰਤੂ ਫਰਾਇਡ ਨੇ ਇਸ ਨੂੰ ਆਤਮਾ ਤੋਂ ਵਿਲੱਖਣ ਕਰਕੇ ਮਨ ਨੂੰ ਇੱਕ ਮਨੁੱਖ ਦੀ ਭਾਵਾਤਮਕ ਪ੍ਰਵਿਰਤੀ ਦੇ ਤੌਰ 'ਤੇ ਪੇਸ਼ ਕੀਤਾ। ਇਸ ਦੇ ਨਾਲ ਹੀ ਅਨੇਕ ਲਹਿਰਾਂ ਜਿਵੇਂ ਪ੍ਰਗਤੀਵਾਦੀ ਲਹਿਰ, ਸਮਾਜਵਾਦੀ ਲਹਿਰ, ਜੁਝਾਰਵਾਦੀ ਲਹਿਰ ਇਸੇ ਹੀ ਦਰਸ਼ਨ ਦੀ ਪੈਦਾ ਹੋਈਆਂ। ਭਾਵ ਜੁਝਾਰਵਾਦੀ, ਮਾਰਕਸਵਾਦੀ, ਪ੍ਰਗਤੀਵਾਦੀ, ਸਮਾਜਵਾਦੀ ਲਹਿਰਾਂ ਇਹ ਮਾਰਕਸਵਾਦੀ ਵਿਚਾਰਧਾਰਾ ਅਧੀਨ ਹੀ ਪੈਦਾ ਹੋਈਆਂ। ਇਸ ਵਿਚਾਰਧਾਰਾ ਤੋਂ ਇੱਕ ਸ਼ਕਤੀ ਗ੍ਰਹਿਣ ਕਰਕੇ ਹੀ ਇਹ ਲਹਿਰਾਂ ਅੱਗੇ ਵਧੀਆਂ। ਹਰਭਜਨ ਹਲਵਾਰਵੀ ਦੀ ਇਹ ਕਵਿਤਾ ਇਸ ਆਧੁਨਿਕ ਬੋਧ ਨੂੰ ਪ੍ਰਗਟ ਕਰਦੀ ਹੈ। ਉਹ ਜੰਮਣਾ ਵੀ ਕਾਹਦਾ ਜੰਮਣਾ, ਉਹ ਜੀਣਾ ਕੀ ਜੀਣਾ, ਜੋ ਨਾ ਖਾਵੇ ਲਹੂ ਉਬਾਲੇ, ਜੋ ਨਾ ਡੋਲੇ ਫਰਕੇ। ਸੋ ਇਸ ਤਰ੍ਹਾਂ ਉਹ ਮੱਧਕਾਲੀ ਸੋਚ, ਜਿਸ ਵਿੱਚ ਮਨੁੱਖ ਨੂੰ ਕਿਸਮਤ ਦੇ ਆਸਰੇ ਛੱਡਿਆ ਜਾਂਦਾ ਸੀ, ਦਾ ਵਿਰੋਧ ਕਰਦਾ ਹੋਇਆ ਆਪਣੇ ਹੱਕ ਲਈ ਲੜਨ ਦਾ ਇੱਕ ਫਲਸਫਾ ਦਿੰਦਾ ਹੈ, ਅਤੇ ਇਹ ਫਲਸਫਾ ਮਾਰਕਸਵਾਦੀ ਵਿਚਾਰਧਾਰਾ ਅਧੀਨ ਹੀ ਕੰਮ ਕਰਦਾ ਹੈ। ਇਸੇ ਤਰ੍ਹਾਂ ਮੋਹਨ ਸਿੰਘ ਦੀ ਕਵਿਤਾ ਵਿੱਚ ਵੀ ਪ੍ਰਗਤੀਵਾਦੀ ਇਨਕਲਾਬ ਦੇ ਅੰਸ਼ ਵੇਖੇ ਜਾ ਸਕਦੇ ਹਨ, ਜਿਵੇਂ ਉਹ ਹੁਸਨ ਹੈ ਸੱਚਮੁੱਚ ਜਾਂ ਉਂਝ ਹੀ ਛਲਦਾ, ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦਾ। ਸੋ ਇਹ ਤਾਜ ਮਹਿਲ ਕਵਿਤਾ 'ਚੋਂ ਲਿਆ ਗਿਆ ਹੈ, ਜਿਸ ਦੇ ਪਿੱਛੇ ਕਵੀ ਨੇ ਮਜ਼ਦੂਰਾਂ ਦੀ ਮਾੜੀ ਹਾਲਤ ਨੂੰ ਪੇਸ਼ ਕੀਤਾ ਹੈ। ਪਰਾ ਸਰੀਰਕ ਅੰਸ਼ਾਂ ਨੂੰ ਅਲਵਿਦਾ, ਇਸ ਸੰਬੰਧੀ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਪਰਾ ਸਰੀਰਕ ਅੰਸ਼ਾਂ ਨੂੰ ਭਾਵ ਰਹੱਸਵਾਦੀ ਗੱਲਾਂ ਨੂੰ ਜਾਂ ਰੋਮਾਂਸਵਾਦੀ ਅੰਸ਼ਾਂ ਨੂੰ ਛੱਡ ਦਿੰਦਾ ਹੈ ਆਧੁਨਿਕ ਰੋਮਾਂਸਵਾਦੀ, ਜਿਸ ਵਿੱਚ ਮਨੁੱਖ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਉਸ ਦੀ ਹੋਂਦ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ ਗਿਆ। ਅਜੋਕੇ ਦੌਰ ਵਿੱਚ ਸਾਹਿਤ ਵਿੱਚ ਵਿਗਿਆਨਕ ਤੱਥਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਣ ਲੱਗਿਆ ਅਤੇ ਪਰਾ ਸਰੀਰਕ ਅੰਸ਼ਾਂ ਨੂੰ ਅਲਵਿਦਾ ਕਹੀ ਜਾਣ ਲੱਗੀ। ਇਸ ਦੀ ਥਾਂ 'ਤੇ ਯਥਾਰਥਵਾਦੀ ਚੇਤਨਾ ਨੂੰ ਆਧੁਨਿਕ ਬੋਧ ਦੇ ਸਾਹਿਤ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਹੋਈ। ਯਥਾਰਥਵਾਦ ਭਾਵ ਜੋ ਸੱਚਾਈ ਹੈ, ਜੋ ਯਥਾਰਥ ਹੈ, ਉਸ ਨੂੰ ਪੇਸ਼ ਕੀਤਾ ਗਿਆ, ਨਾ ਕਿ ਇਹੋ ਜਿਹੇ ਅੰਸ਼ਾਂ ਨੂੰ ਪੇਸ਼ ਕੀਤਾ ਜਾਣ ਲੱਗ ਪਿਆ ਜਿਹੜੇ ਮਨੁੱਖੀ ਹੋਂਦ ਨੂੰ ਇੱਕ ਵਲਗਣ ਵਿੱਚ ਲਪੇਟਦੇ ਸਨ। ਭਾਵ ਝੂਠ ਦਾ ਅਜਿਹਾ ਚੱਕਰ ਜਿਸ ਵਿੱਚ ਮਨੁੱਖ ਵਹਿਮਾਂ ਭਰਮਾਂ ਵਿੱਚ ਗਵਾਚਦਾ ਸੀ। ਪ੍ਰੋਫੈਸਰ ਪੂਰਨ ਸਿੰਘ, ਧਨੀ ਰਾਮ ਚਾਤਰਿਕ, ਬਾਬਾ ਬਲਵੰਤ ਜਿਹੇ ਕਵੀਆਂ ਦੀ ਕਵਿਤਾ ਵਿੱਚ ਇਸ ਤਰ੍ਹਾਂ ਦੀ ਪ੍ਰਵਿਰਤੀ ਦੀ ਪਛਾਣ ਕੀਤੀ ਜਾ ਸਕਦੀ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਨੂੰ ਸਿਧਾਂਤ ਵੇਖਿਆ ਜਾ ਸਕਦਾ ਹੈ। ਦਰਿਆ ਕਿਨਾਰੇ ਰੇਤਾ ਚਿੱਟੀਆਂ ਵਿੱਚ ਲਿਟਣਾ, ਨੰਗੇ ਹੋ ਧੁੱਪਾਂ ਵਿੱਚ ਲਿਟਣਾ, ਅਤੇ ਛਾਲ ਮਾਰ ਦਰਿਆ ਵਿੱਚ ਨਹਾਉਣਾ, ਤਰਨਾ ਡੁੱਬਣਾ, ਧਾਰ ਵਿੱਚ ਬਹਿਣਾ, ਹੱਥ ਪੈਰ ਮਾਰਨਾ, ਪਾਣੀ ਉਛਾਲਣਾ, ਅਤੇ ਛੱਟਿਆਂ ਵਿੱਚ ਕਿਰਨਾਂ ਨੂੰ ਪਕੜਨਾ। ਸੋ ਇੱਕ ਯਥਾਰਥ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਅਸਤਿਤਵਵਾਦੀ ਰੁਚੀ ਦਾ ਪ੍ਰਸਾਰ, ਜਿੱਥੇ ਮੱਧਕਾਲ ਦਾ ਸਾਹਿਤ ਆਮ ਸਧਾਰਨ ਜਨ ਜੀਵਨ ਦੇ ਦੁਆਲੇ ਕੇਂਦਰਿਤ ਹੁੰਦਾ ਸੀ, ਉੱਥੇ ਅਜੋਕੇ ਆਧੁਨਿਕ ਬੋਧ ਅਨੁਸਾਰ ਅਸਤਿਤਵਵਾਦੀ ਰੁਚੀ ਦੇ ਮਹੱਤਵ ਨੂੰ ਪਛਾਣਿਆ ਜਾਣ ਲੱਗ ਪਿਆ। ਅਸਤਿਤਵਵਾਦ ਭਾਵ ਮਨੁੱਖ ਦੀ ਹੋਂਦ ਸੰਬੰਧੀ ਗੱਲ ਕੀਤੀ ਗਈ, ਉਹਦੇ ਅਸਤਿਤਵ ਸੰਬੰਧੀ ਗੱਲ ਕੀਤੀ ਗਈ। ਇਸੇ ਕਾਰਨ ਵਿਅਕਤੀ ਕੇਂਦਰਿਤ ਸਾਹਿਤ ਦੀ ਸਿਰਜਣਾ ਕੀਤੀ ਜਾਣ ਲੱਗ ਪਈ।
ਵਿਦਿਆਰਥੀਓ, ਇੱਕ ਸਧਾਰਨ ਗੱਲ ਆਪਾਂ ਸਾਰੇ ਜਿਸ ਤੋਂ ਵਾਕਫ ਹਾਂ ਵੀ ਮਨੁੱਖ ਆਧੁਨਿਕ ਸਮੇਂ ਵਿੱਚ ਖੰਡਿਤ ਹੁੰਦਾ ਜਾ ਰਿਹਾ। ਅੱਛਾ, ਖੰਡਿਤ ਹੋਣ ਦੇ ਕਾਰਨ ਉਸਦੇ ਵਿਵਹਾਰ ਵਿੱਚ, ਉਸਦੇ ਕੰਮਾਂ ਵਿੱਚ ਇੱਕ ਵਿਗਠਨ ਆਉਂਦਾ। ਵਿਗਠਨ ਭਾਵ ਉਹ ਵਿਕ੍ਰਿਤ ਪਰਸਨੈਲਿਟੀ ਦਾ ਜਾਂ ਵਿਅਕਤਿਤਵ ਦਾ ਮਾਲਕ ਬਣਦਾ ਜਾ ਰਿਹਾ। ਇਸ ਪਿੱਛੇ ਉਸਦਾ ਅਸਤਿਤਵ ਕੰਮ ਕਰਦਾ, ਵੀ ਉਹਦਾ ਅਸਤਿਤਵ ਕਾਇਮ ਹੈ ਜਾਂ ਅਸਤਿਤਵ ਟੁੱਟ ਰਿਹਾ ਹੈ, ਅਤੇ ਮਨੁੱਖ ਆਪਣਾ ਅਸਤਿਤਵ ਕਾਇਮ ਰੱਖਣ ਵਿੱਚ ਕਿੰਨਾ ਕੁ ਸਫਲ ਹੋ ਰਿਹਾ ਹੈ। ਸੋ ਉਸਦੇ ਅਸਤਿਤਵ ਸੰਬੰਧੀ ਆਧੁਨਿਕ ਕਾਵਿ ਵਿੱਚ, ਆਧੁਨਿਕ ਸਾਹਿਤ ਵਿੱਚ ਗੱਲ ਕੀਤੀ ਗਈ। ਇਸ ਦੇ ਪਿੱਛੇ ਮੁੱਖ ਰੂਪ ਵਿੱਚ ਮਨੋਵਿਗਿਆਨਕ ਵਿਚਾਰਧਾਰਾ ਕੰਮ ਕਰਦੀ ਹੈ। ਇਸ ਚੇਤਨਾ ਪਿੱਛੇ ਇਹ ਤਰਕ ਕੰਮ ਕਰ ਰਿਹਾ ਹੈ ਕਿ ਮਨੁੱਖ ਦੇ ਨਿੱਜੀ ਮਸਲਿਆਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ। ਸੋ ਉਸਦੇ ਜੋ ਨਿੱਜੀ ਮਸਲੇ ਆ, ਉਸਦੇ ਅੰਤਰਮਨ ਹੈ, ਉਸ ਨੂੰ ਅੱਖੋਂ ਪਰੋਖੇ ਨਾ ਕਰਕੇ ਸਗੋਂ ਉਸ ਨੂੰ ਸਾਹਮਣੇ ਲਿਆਂਦਾ ਗਿਆ। ਇਸੇ ਕਾਰਨ ਬਹੁਤ ਸਾਰੇ ਕਵੀਆਂ ਨੇ ਨਿੱਜੀ ਪੀੜ, ਦੁੱਖ, ਵਿਸ਼ਾਦ ਨੂੰ ਸਾਹਿਤ ਵਿੱਚ ਲਿਆਂਦਾ। ਸ਼ਿਵ ਕੁਮਾਰ ਬਟਾਲਵੀ ਵੀ ਇਸ ਤਰ੍ਹਾਂ ਦੀ ਚੇਤਨਾ ਵਾਲੇ ਸਾਹਿਤ ਦੀ ਸਿਰਜਣਾ ਕਰਨ ਵਾਲਾ ਪ੍ਰਮੁੱਖ ਕਵੀ ਹੈ। ਤੋ ਅਸੀਂ ਬਟਾਲਵੀ ਬਾਰੇ ਜਾਣਦੇ ਹੀ ਹਾਂ। ਉਸਦੀ ਕਵਿਤਾ ਦੀ ਇੱਕ ਉਦਾਹਰਨ ਪੇਸ਼ ਹੈ। ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ, ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ, ਲੈ ਹੀ ਬੈਠਾ ਜਨਾਬ ਲੈ ਬੈਠਾ। ਸੋ ਅਗਾਂਹ ਚੱਲ ਕੇ 1980 ਤੋਂ ਬਾਅਦ ਦੇ ਸਾਹਿਤ ਵਿੱਚ ਇਸ ਤਰ੍ਹਾਂ ਦੀ ਰੁਚੀ ਵਧੇਰੇ ਪ੍ਰਚਲਿਤ ਹੋਈ। ਜਸਵੰਤ ਦੀਦ, ਅਮਰਜੀਤ ਕੌਂਕੇ, ਪਾਲ ਕੌਰ, ਵਨੀਤਾ ਜਿਹੇ ਨੌਜਵਾਨ ਕਵੀਆਂ ਵਿੱਚ ਅਜਿਹੀ ਅਸਤਿਤਵਵਾਦੀ ਪ੍ਰਵਿਰਤੀ ਦੀ ਝਲਕ ਵੇਖੀ ਜਾ ਸਕਦੀ ਹੈ। ਨਾਰੀਵਾਦੀ ਸੋਚ ਸਾਹਿਤ ਦਾ ਉਥਾਨ। ਸੋ ਵਿਦਿਆਰਥੀਓ, ਜਿੱਦਾਂ ਅਸੀਂ ਜਾਣਦੇ ਹਾਂ, ਮੱਧਕਾਲੀ ਸੋਚ ਜਾਂ ਰੂੜੀਵਾਦੀ ਸੋਚ, ਜਿਸ ਨੂੰ ਰੂੜੀਵਾਦੀ ਸੋਚ ਕਹਿ ਦਿੰਦੇ ਹਾਂ, ਉਸ ਯੁੱਗ ਵਿੱਚ ਔਰਤ ਦੀ ਦੁਰਦਸ਼ਾ ਸੀ। ਉਸਦੀ ਹਾਲਤ ਬਹੁਤ ਮਾੜੀ ਸੀ। ਉਸ ਨੂੰ ਇੱਕ ਵਸਤੂ ਵਜੋਂ ਜਾਣਿਆ ਜਾਂਦਾ ਸੀ, ਅਤੇ ਉਸ ਨੂੰ ਇੱਕ ਭਾਵ ਰਹਿਤ ਜੀਵ ਦੇ ਤੌਰ 'ਤੇ, ਜਿੱਦਾਂ ਇੱਕ ਪਸ਼ੂ ਨੂੰ ਦੇਖਦੇ ਨਾ ਆਪਾਂ, ਇਸ ਤਰ੍ਹਾਂ ਦੇਖਿਆ ਜਾਂਦਾ ਸੀ। ਪਰੰਤੂ ਆਧੁਨਿਕ ਭਾਵ ਬੋਧ ਵਾਲੀ ਸਾਹਿਤ ਦੀ ਇੱਕ ਹੋਰ ਵਿਸ਼ੇਸ਼ਤਾ ਅਜਿਹੇ ਸਾਹਿਤ ਵਿੱਚ ਰੂਪਮਾਨ ਹੁੰਦੀ ਹੈ ਜਿਹੜਾ ਔਰਤਾਂ ਵੱਲੋਂ ਔਰਤਾਂ ਲਈ ਲਿਖਿਆ ਗਿਆ। ਆਧੁਨਿਕ ਕਾਲ ਖੰਡ ਵਿੱਚ ਨਾਰੀ ਆਪਣੀ ਹੋਂਦ ਪ੍ਰਤੀ ਵਧੇਰੇ ਜਾਗਰੂਕ ਹੋਈ ਹੈ। ਇਸੇ ਕਾਰਨ ਨਾਰੀਵਾਦੀ ਸਾਹਿਤ ਨੂੰ ਆਧੁਨਿਕ ਬੋਧ ਦੀ ਪ੍ਰਮੁੱਖ ਪ੍ਰਵਿਰਤੀ ਵਜੋਂ ਪਛਾਣਿਆ ਜਾ ਸਕਦਾ ਹੈ। ਇਸ ਚੇਤਨਾ ਦੀ ਸ਼ੁਰੂਆਤ ਅੰਮ੍ਰਿਤਾ ਪ੍ਰੀਤਮ ਤੋਂ ਹੁੰਦੀ ਹੈ। ਹਾਂਜੀ ਵਿਦਿਆਰਥੀਓ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵਹਿਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਨੂੰ ਕਹਿਣ। ਸੋ ਅੰਮ੍ਰਿਤਾ ਪ੍ਰੀਤਮ ਵਾਂਗ ਹੋਰ ਵੀ ਕਈ ਕਵੀ ਹੋਏ ਹਨ ਜਿਨ੍ਹਾਂ ਨੇ ਔਰਤ ਦੇ ਅਸਤਿਤਵ ਸੰਬੰਧੀ ਰਚਨਾਵਾਂ ਰਚੀਆਂ। ਇਸੇ ਤਰ੍ਹਾਂ ਬਾਅਦ ਵਿੱਚ ਨਾਰੀ ਲੇਖਕਾਂ ਦੀ ਇੱਕ ਪੂਰੀ ਕਿਤਾਬ ਹੈ, ਜਿਸ ਵਿੱਚ ਡਾਕਟਰ ਦਲੀਪ ਕੌਰ ਟਿਵਾਣਾ, ਪਾਲ ਕੌਰ, ਮਨਜੀਤ ਪਾਲ ਕੌਰ, ਕੁਲਦੀਪ, ਕਲਪਨਾ, ਵਨੀਤਾ ਆਦਿ ਦੇ ਨਾਂ ਪ੍ਰਮੁੱਖ ਹਨ। ਸੋ ਵਿਦਿਆਰਥੀਓ, ਆਪਾਂ ਆਧੁਨਿਕਤਾ ਸੰਬੰਧੀ ਥੋੜ੍ਹੀ ਜਿਹੀ ਇਸ ਛੋਟੀ ਜਿਹੀ ਵਿਚਾਰ ਚਰਚਾ ਵਿੱਚ ਲਗਭਗ ਇੰਨਾ ਸਮਝ ਚੁੱਕੇ ਹਾਂ ਕਿ ਆਧੁਨਿਕਤਾ ਅਜਿਹੀ ਵਿਚਾਰਧਾਰਾ ਨਾਲ ਸੰਬੰਧਿਤ ਹੈ ਜਿਸ ਵਿੱਚ ਮੱਧਕਾਲੀ ਸੋਚ, ਰੂੜੀਵਾਦੀ ਸੋਚ ਤੋਂ ਕਿਨਾਰਾ ਕਰਕੇ ਆਧੁਨਿਕ ਸੋਚ ਨੂੰ ਆਤਮਸਾਤ ਕੀਤਾ ਜਾਵੇ, ਆਧੁਨਿਕ ਸੋਚ ਨੂੰ ਆਪਣੇ ਅੰਦਰ ਲਿਆ ਜਾਵੇ, ਜਿਸ ਵਿੱਚ ਮਨੁੱਖ ਦੇ ਅਸਤਿਤਵ ਦੀ ਪਛਾਣ ਕੀਤੀ ਜਾਵੇ, ਨਾ ਕਿ ਇੱਕ ਰਹੱਸਵਾਦੀ ਸੋਚ, ਇੱਕ ਰੂੜੀਵਾਦੀ ਸੋਚ ਜਿਸ ਵਿੱਚ ਧਰਮ ਨੂੰ ਅੱਗੇ ਰੱਖ ਕੇ ਗੱਲ ਕੀਤੀ ਜਾਵੇ। ਸੋ ਆਧੁਨਿਕ ਹੋਣਾ ਇੱਕ ਕ੍ਰਾਂਤੀ ਹੈ, ਇੱਕ ਵਿਦਰੋਹ ਹੈ ਰੂੜੀਵਾਦੀ ਜਾਂ ਮੱਧਕਾਲੀ ਸੋਚ ਦੇ ਵਿਰੁੱਧ। ਹੁਣ ਵਿਦਿਆਰਥੀਓ, ਆਪਾਂ ਆਧੁਨਿਕ ਕਵੀਆਂ ਸੰਬੰਧੀ ਜਾਂ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਸੰਬੰਧੀ ਗੱਲ ਕਰਾਂਗੇ।